ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੁਤ ਦੋਏ ਮੁਰੀਦ ਸਮੇਤਾ, ਲੜ ਪਹੁੰਚੀ ਪਿਸਤ ਨਿਕੇਤਾ। ਸੁਤ ਦੋਏ ਮੁਰੀਦ ਸਮੇਤਾ, ਲੜ ਪਹੁੰਚੀ ਪਿਸਤ ਨਿਕੇਤਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਲੋਚਨ ਬਿਲੋਕਤ ਨ ਚਾਹਿ ਚਿਤ ਆਨ ਦੁਤ, ਬਿਖੈ ਕੈ ਬਿਲਾਸ ਆਸ ਪਾਸ ਨ ਜਾਵੇ। ਕਾਨ ਆਨ ਗਨ ਸੁਨੈ ਨ ਆਨ ਜਿਵ, ਬਿਸਰਾ ਪਾਨ ਤਨ ਮਨ ਨ ਸੁਆਵੇ। ਭਈ ਗਤ ਉਨਮਤ ਆਨੰਦ ਉਦਦਵਤ, ਚਿਤ ਮੈਂ ਬਿਜੋਗ ਤਿਸ ਕਵੋ ਨ ਭਾਵੇ। ਜਾਨ ਅਰਜਨ ਪਾਦ ਪਾਦ ਪਦਮ ਕੋ, ਸਿੱਖ ਮਨ ਭੌਰ ਪਇਓ ਪ੍ਰਮਤ ਲਵਾਵੇ। ਏਕਾਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਦੀਨ ਦੁਨੀਆ ਦੇ ਮਾਲਕ ਗੋਬਿੰਦ ਰਾਏ ਜੀ ਭੰਗਾਣੀ ਸਾਹਿਬ ਦੇ ਯੁੱਧ ਦੀ ਸਮਾਪਤੀ ਕਰਕੇ ਦੁਬਾਰਾ ਪੌਂਟਾ ਸਾਹਿਬ ਦੇ ਵਿੱਚ ਪਹੁੰਚ ਗਏ ਸਨ। ਅਗਲੇ ਦਿਨ ਸਤਿਗੁਰੂ ਜੀ ਨੇ ਬੜਾ ਸੁੰਦਰ ਆਪਣਾ ਰੂਹਾਨੀ ਦਰਬਾਰ ਸਜਾਇਆ ਸੀ। ਦੂਰੋਂ ਦੂਰੋਂ ਆ ਕਰਕੇ ਸੰਗਤਾਂ ਦਰਸ਼ਨ ਕਰਨ ਦੇ ਲਈ ਵੀ ਪਹੁੰਚ ਗਈਆਂ ਹਨ। ਜਿਨ੍ਹਾਂ ਜਿਨ੍ਹਾਂ ਬਹਾਦਰ ਯੋਧੇ ਸੂਰਮਿਆਂ ਨੇ ਇਸ ਜੰਗ ਦੇ ਵਿੱਚ ਪੂਰਾ ਤਾਣ ਲਗਾ ਕਰਕੇ ਪਹਾੜੀ ਰਾਜਿਆਂ ਦੀ ਸੈਨਾ ਦਾ ਨਾਸ ਕੀਤਾ, ਉਹਨਾਂ ਨੂੰ ਭਾਜੜਾਂ ਪਾਈਆਂ ਸਨ। ਉਹਨਾਂ ਦਾ ਮਾਣ ਸਤਿਕਾਰ ਕਰਨ ਦੇ ਲਈ ਸਤਿਗੁਰੂ ਜੀ ਨੇ ਜਿਹੜੇ ਬਹਾਦਰ ਯੋਧੇ ਉਹਨਾਂ ਨੂੰ ਵੀ ਆਪਣੀ ਹਜ਼ੂਰੀ ਦੇ ਵਿੱਚ ਬੁਲਾ ਲਿਆ ਸੀ। ਪੀਰ ਬੁੱਧੂ ਸ਼ਾਹ ਜੀ ਇਹ ਵੀ ਗੋਬਿੰਦ ਰਾਏ ਜੀ ਦੇ ਪਾਸ ਹਾਜ਼ਰ ਹੋ ਚੁੱਕੇ ਹਨ। ਆਪਣੇ ਵੱਲੋਂ ਦੋਵੇਂ ਹੱਥ ਜੋੜ ਕਰਕੇ ਨੇ ਵੀ ਬੇਨਤੀ ਕੀਤੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਵੀ ਇਸ ਯੁੱਧ ਦੇ ਅੰਦਰ ਮੇਰੇ ਦੋ ਜਿਹੜੇ ਪੁੱਤ ਸ਼ਹੀਦ ਹੋ ਚੁੱਕੇ ਹਨ, ਪਰ ਉਹਨਾਂ ਦੇ ਜਾਣ ਦਾ ਮੇਰੇ ਮਨ ਦੇ ਵਿੱਚ ਕੋਈ ਗਮ, ਕੋਈ ਇਹੋ ਜਿਹੀ ਚਿੰਤਾ ਨਹੀਂ ਪੈਦਾ ਹੋਈ। ਕਿਹੋ ਜਿਹੇ ਧਰਮ ਦੇ ਯੁੱਧ ਦੇ ਵਿੱਚ ਲੜਦਿਆਂ ਮੇਰੇ ਦੋ ਪੁੱਤਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਹੈ। ਸੱਚੇ ਪਾਤਸ਼ਾਹ ਇਹੋ ਜਿਹੇ ਸੁਨਹਿਰੀ ਮੌਕੇ ਦਾ ਕਿਤੇ ਕਿਤੇ ਜ਼ਿੰਦਗੀ ਦੇ ਵਿੱਚ ਹਾਸਲ
ਹੋਇਆ ਕਰਦੇ ਹਨ। ਇਹ ਸਾਡੇ ਕੋਈ ਵੱਡੇ ਭਾਗ ਜਾਗੇ, ਜਿਸ ਕਰਕੇ ਇਹੋ ਜੀ ਮਹਾਨ ਸੇਵਾ ਮੈਨੂੰ ਵੀ ਆਪ ਦੇ ਚਰਨਾਂ 'ਚੋਂ ਪ੍ਰਾਪਤ ਹੋਈ ਹੈ। ਮਹਾਰਾਜ ਜਦੋਂ ਹੀ ਆਪ ਦੀ ਚਿੱਠੀ ਮੇਰੇ ਪਾਸ ਪਹੁੰਚੀ ਵੀ, ਉਹ ਤਾਂ ਪਠਾਨ ਬੜੇ ਲੋਣ ਹਰਾਮੀ ਨਿਕਲ ਆਏ ਹਨ, ਜਿਨ੍ਹਾਂ ਦੀ ਮੈਂ ਤਾਂ ਆਪਣੇ ਵੱਲੋਂ ਬਹੁਤ ਵੱਡੀ ਸਿਫਾਰਿਸ਼ ਪਾਈ ਵੀ ਚਲੋ ਕੋਈ ਨਹੀਂ, ਜ਼ੋਦੇ ਸੂਰਮੇ ਘਰਾਂ ਦੇ ਵਿੱਚ ਰਹਿ ਕਰ ਜਾ ਕਰ ਕੇ ਐਵੇਂ ਰੋਲਦੇ ਫਿਰਨਗੇ, ਕਿਉਂ ਨਾ ਹੋਵੇ ਇਹਨਾਂ ਨੂੰ ਸਤਿਗੁਰੂ ਜੀ ਦੇ ਪਾਸ ਰਖਵਾ ਦਿੰਦੇ ਆ। ਮਹਾਰਾਜ ਉਸੇ ਬਾਤ ਮੈਂ ਤਾਂ ਆਪਣਾ 700 ਮਰੀਦ ਆਲੇ ਦੁਆਲੇ ਤੋਂ ਇਕੱਠਾ ਕੀਤਾ, ਚਾਰੇ ਪੁੱਤਰ ਲੈ ਕਰਕੇ ਮੈਦਾਨੇ ਜੰਗ ਦੇ ਵਿੱਚ ਹਾਜ਼ਰ ਹੋ ਗਿਆ ਸੀ। ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਪੀਰ ਜੀ ਤੁਹਾਡੇ ਬਚਨ ਬਿਲਕੁਲ ਠੀਕ ਹਨ, ਪਰ ਜਿਨ੍ਹਾਂ ਨੇ ਬੜਾ ਲੰਮਾ ਅਰਸਾ ਆਪਣੇ ਜੀਵਨ ਦਾ ਗੋਬਿੰਦ ਰਾਏ ਜੀ ਦੇ ਚਰਨਾਂ 'ਚ ਰਹਿ ਕਰਕੇ ਬਤੀਤ ਕੀਤਾ, ਭਾਈ ਸੰਗੋ ਸ਼ਾਹ, ਇਸੇ ਤਰ੍ਹਾਂ ਭਾਈ ਜੀਤਮਲ, ਉਹ ਵੀ ਇਸ ਯੁੱਧ ਦੇ ਅੰਦਰ ਸ਼ਹੀਦੀ ਜਾਮ ਪੀ ਗਏ ਹਨ। ਉਹਨਾਂ ਦੀ ਯਾਦ ਮਹਾਰਾਜ ਕਹਿਣ ਲੱਗੇ ਵੀ ਸਾਡੇ ਮਨ ਦੇ ਅੰਦਰ ਬਾਰ-ਬਾਰ ਪੈਦਾ ਹੋ ਰਹੀ ਹੈ, ਜਿਹੜੇ ਬੜੇ ਹੀ ਹੌਸਲੇ ਨੂੰ, ਦਲੇਰੀਆਂ ਨੂੰ ਧਾਰਨ ਕਰਨ ਵਾਲੇ ਸਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਉਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਤ ਦੋਏ ਮੁਰੀਦ ਸਮੇਤਾ। ਐ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਮੈਂ ਆਪਣੇ 2 ਪੁੱਤਰਾਂ ਔਰ ਮਰੀਦਾਂ ਦੇ ਸਮੇਤ ਉਸੇ ਵਕਤ ਮੈਦਾਨੇ ਜੰਗ ਦੇ ਵਿੱਚ ਪਹੁੰਚ ਗਿਆ ਸੀ। ਲੜ ਪਹੁੰਚੇ ਪਿਸਤ ਨਿਕੇਤਾ। ਮੇਰੇ ਜਿਹੜੇ 2 ਜਵਾਨ ਪੁੱਤ ਯੁੱਧ ਕਰਦਿਆਂ ਉਹ ਤਾਂ ਆਪ ਦੀ ਰਹਿਮਤ ਦਾ ਸਦਕਾ ਪਿਸਤਾਂ ਦੇ ਵਿੱਚ ਪਹੁੰਚ ਚੁੱਕੇ ਹਨ। ਤੁਮ ਦਿਸ਼ਾ ਪਠਾਨ ਅਰੀ ਹੈ। ਮਹਾਰਾਜ ਜਿਹੜੇ ਆਪ ਦੇ ਖਿਲਾਫ ਹੋ ਕਰਕੇ ਲੋਣ ਹਰਾਮੀ ਪਠਾਨ ਮੈਦਾਨੇ ਜੰਗ ਦੇ ਵਿੱਚ ਅੜੇ ਹੋਏ ਸਨ, ਸਭ ਹੋਏ ਹਰਾਮ ਮਰੀ ਹੈ। ਉਹ ਸਾਰੇ ਹੀ ਲੋਣ ਹਰਾਮੀ ਮੈਦਾਨੇ ਜੰਗ ਦੇ ਵਿੱਚ ਕਿਵੇਂ ਮਰ ਚੁੱਕੇ ਹਨ। ਤਜ ਸੁਆਮੀ ਬੇਮੁਖ ਜੈਸੀ। ਜਿਹੜੇ ਐਨ ਮੌਕੇ ਤੇ ਆਪਣੇ ਮਾਲਕ ਸੁਆਮੀ ਤੋਂ ਬੇਮੁਖ ਹੋ ਗਏ ਸਨ। ਫਲ ਪਾਏ ਲੀਨ ਤਿਨ ਤੈਸੀ। ਜਿਹਾ ਦਗਾ ਕਪਟ ਛਲ ਕੀਤਾ ਤੇ ਉਸੇ ਦਾ ਉਹਨਾਂ ਨੇ ਫਲ ਵੀ ਭੁਗਤ ਲੈਣਾ ਹੈ। ਸੁਨ ਧੀਰ ਪੀਰ ਕੀ ਕਾਨਾ। ਜਦੋਂ ਸਤਿਗੁਰੂ ਜੀ ਨੇ ਇਹੋ ਜੀ ਧੀਰਜ, ਇਹੋ ਜਿਹਾ ਜਿਹੜਾ ਹੌਸਲਾ ਪੀਰ ਬੁੱਧੂ ਯਾਦੀ ਰਸਨਾ ਤੋਂ ਸੁਣਿਆ ਵੀ ਇਹਦੇ ਮਨ ਦੇ ਵਿੱਚ ਕੋਈ ਵੀ ਇਹੋ ਜੀ ਆਪਣੇ ਜਵਾਨ ਪੁੱਤਾਂ ਦੀ ਘਬਰਾਹਟ, ਕੋਈ ਇਹਦੇ ਹਿਰਦੇ ਦੇ ਅੰਦਰ ਇਹੋ ਜਿਹਾ ਝੋਰਾ ਨਹੀਂ ਪੈਦਾ ਹੋਇਆ ਹੈ। ਸ਼੍ਰੀ ਮੁਕਤੇ ਤਬੈ ਬਖਾਨਾ। ਉਸ ਸਮੇਂ ਗੋਬਿੰਦ ਰਾਏ ਜੀ ਆਪਣੀ ਮੁਬਾਰਕ ਰਸਨਾ ਤੋਂ ਕਹਿਣ ਲੱਗੇ ਸਨ, ਤੋਹੇ ਸਾਧ ਸਾਧ ਵੱਡ ਸਾਧੂ। ਐ ਪੀਰ ਬੁੱਧੂ ਸ਼ਾਹ ਜੀ, ਸ਼ਾਬਾਸ਼ ਸ਼ਾਬਾਸ਼, ਤੇਰੇ ਜੈਸੇ ਧੀਰਜ ਨੂੰ ਧਾਰਨ ਕਰਨ ਵਾਲੇ ਤਾਂ ਟਾਵੇਂ ਟਾਵੇਂ ਖੁਦਾ ਦੇ ਜਿਹੜੇ ਦਰਵੇਸ਼ ਫਕੀਰ ਹੋਇਆ ਕਰਦੇ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਵੀ ਇਹੋ ਜਿਹੀ ਚਿੰਤਾ ਹੁਣ ਵੀ ਨਹੀਂ ਪੈਦਾ ਹੋਈ ਹੈ। ਆਦਿ ਉੱਤਮ ਮਹਿ ਤਿਤ ਲਾਦੂ। ਤੁਹਾਡਾ ਜਿਹੜਾ ਮਨ ਬਹੁਤ ਉੱਚੀ ਪਦਵੀ ਦੇ ਵਿੱਚ ਪਹਿਲਾਂ ਤੋਂ ਹੀ ਜੁੜਿਆ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਵੱਡੇ ਮਰਾਤਬੇ
ਤੁਹਾਨੂੰ ਪ੍ਰਾਪਤ ਹੋ ਜਾਣੇ ਹਨ। ਇਤਿਆਦਿਕ ਅਦਕ ਵਡਾਈ ਇਉਂ ਸਤਿਗੁਰੂ ਜੀ ਨੇ ਪਰੈ ਦੀਵਾਨ ਦੇ ਵਿੱਚ ਪੀਰ ਬੁੱਧੂ ਸ਼ਾਹ ਦੀ ਬੜੀ ਵਡਿਆਈ ਸੋਭਾ ਉਚਾਰਨ ਕੀਤੀ ਹੈ। ਸ੍ਰੀ ਮੁਖ ਤੇ ਭਾਖ ਸੁਨਾਈ ਸਾਰੀਆਂ ਸੰਗਤਾਂ ਦੇ ਵਿੱਚ ਹੀ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਨੂੰ ਬੜਾ ਆਪਣੇ ਵੱਲੋਂ ਵਡਿਆਉਣਾ ਕੀਤਾ ਸੀ। ਸਨਮਾਨ ਸਹਿਤ ਬੈਠਾਇਓ ਬਹੁਤ ਹੀ ਮਾਣ ਸਤਿਕਾਰ ਦੇ ਸਹਿਤ ਪੀਰ ਬੁੱਧੂ ਸ਼ਾਹ ਨੂੰ ਸਤਿਗੁਰੂ ਜੀ ਨੇ ਆਪਣੇ ਨੇੜੇ ਹੀ ਬਿਠਾਇਆ ਹੋਇਆ ਹੈ। ਅਨੁਕੰਪਾ ਧਰ ਦ੍ਰਿਸ਼ਟਾਇਓ ਬਾਰ ਬਾਰ ਸਤਿਗੁਰੂ ਜੀ ਨੇ ਨਜ਼ਰ ਪਾ ਕਰਕੇ ਪੀਰ ਬੁੱਧੂ ਸ਼ਾਹ ਦੇ ਉੱਪਰ ਬੜੀਆਂ ਰਹਿਮਤਾਂ ਬੜੀਆਂ ਬਖਸ਼ਿਸ਼ਾਂ ਤਾਂ ਵੈਸੇ ਪਹਿਲਾਂ ਹੀ ਪੀਰ ਜੀ ਨੇ ਪ੍ਰਾਪਤ ਕੀਤੀਆਂ ਹੋਈਆਂ ਹਨ। ਦੋਹਰਾ ਸ੍ਰੀ ਸਤਿਗੁਰ ਤੇ ਸਮੈ ਮੈਂ ਕੰਗਾ ਕਰਤ ਸੋ ਕੇਸ਼ ਉਸ ਸਮੇਂ ਸਤਿਗੁਰੂ ਜੀ ਅਚਾਨਕ ਹੀ ਆਪਣੀ ਦਸਤਾਰ ਥੱਲੇ ਲਾ ਕੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸਨ। ਦਾਸ ਚੁਨੀ ਦਸਤਾਰ ਸ਼ੁਭ ਆਗੇ ਧਰੀ ਵਿਸ਼ੇਸ਼ ਸੇਵਕ ਦਾਸ ਨੇ ਬੜੀ ਸੋਹਣੀ ਦਸਤਾਰ ਚੋਣ ਕਰਕੇ ਮਹਾਰਾਜ ਦੇ ਅੱਗੇ ਲਿਆ ਕਰਕੇ ਰੱਖ ਦਿੱਤੀ ਹੈ। ਬੁੱਧੂ ਸ਼ਾਹ ਸੁਨੀਜੀਏ ਧਨ ਆਦਿਕ ਬਥ ਜੋਈ ਉਸ ਸਮੇਂ ਮਹਾਰਾਜ ਕਹਿਣ ਲੱਗਾ ਪੀਰ ਬੁੱਧੂ ਸ਼ਾਹ ਜੀ ਦੇਖ ਆ ਜਿਹੜੇ ਨੇ ਦੁਨਿਆਵੀ ਪਦਾਰਥ ਚਾਹੇ ਜ਼ਮੀਨਾਂ ਜਾਇਦਾਦਾਂ ਚਾਹੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਮਾਇਆ ਹੈ, ਧਨ ਹੈ, ਇਹ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਘਟਣੇ ਸ਼ੁਰੂ ਹੋ ਜਾਂਦੇ ਹਨ। ਚਿਰੰਕਾਲ ਨਹਿ ਰਹਿਤ ਹੈ ਖਰਚੀ ਜੈ ਹੈ ਸੋਈ ਇਹ ਜਿਹੜੀ ਦੁਨਿਆਵੀ ਬਭੂਤੀ ਸਦਾ ਵਾਸਤੇ ਤਾਂ ਰਹਿੰਦੀ ਨਹੀਂ, ਹੌਲੀ ਹੌਲੀ ਜਿਵੇਂ ਖਰਚ ਹੋ ਹੀ ਜਾਏਗਾ ਉਸੇ ਤਰ੍ਹਾਂ ਇਹਨੇ ਫਿਰ ਘਟਣੀ ਵੀ ਸ਼ੁਰੂ ਹੋ ਜਾਣਾ ਹੈ। ਬਹੁਤ ਪੁਸ਼ਤ ਕੀ ਕਾਮ ਜੋ ਆਵਹਿ ਬਸਤ ਉਦਾਰ ਪਰ ਤੈਨੇ ਉਹ ਜੀਆਂ ਅਮਾਨਤਾਂ ਉਹ ਜੀਆਂ ਦਾਤਾਂ ਬਖਸ਼ਣੀਆਂ ਹਨ ਤੇ ਜਿਹੜੀਆਂ ਤੇਰੀਆਂ ਆਉਣ ਵਾਲੀਆਂ ਪੁਸਤਾਂ ਦੇ ਵਿੱਚ ਵੀ ਕੰਮ ਆ ਸਕਣ ਇਹੋ ਜੀ ਬਖਸ਼ਿਸ਼ ਸਤਿਗੁਰੂ ਜੀ ਆਪ ਪੀਰ ਬੁੱਧੂ ਸ਼ਾਹ ਦੇ ਉੱਪਰ ਕਰਨੀ ਚਾਹੁੰਦੇ ਹਨ। ਸੋ ਬਖਸ਼ ਹੈ ਅਬ ਤੋਹੀ ਕਉ ਰੱਖੀ ਹੈ ਆਪ ਸੰਭਾਲ ਇਹੋ ਜੀ ਅਮੋਲਕ ਦਾਤ ਤੈਨੂੰ ਬਖਸ਼ਣ ਲੱਗੇ ਆ ਪਰ ਤੈਂ ਉਹਨੂੰ ਚੰਗੀ ਤਰ੍ਹਾਂ ਆਪਣੇ ਪਾਸ ਸੰਭਾਲ ਕਰਕੇ ਰੱਖਣਾ ਹੈ। ਇਮ ਕਹਿ ਗਹਿ ਦਸਤਾਰ ਕਉ ਸ਼ੁਭ ਕਕਰੇਜੀ ਰੰਗ ਉਸ ਸਮੇਂ ਸਤਿਗੁਰੂ ਜੀ ਨੇ ਉਹ ਜਿਹੜੀ ਦਸਤਾਰ ਸੇਵਕ ਦਾਸ ਨੇ ਲਿਆ ਕਰਕੇ ਰੱਖੀ ਹੋਈ ਸੀ ਤੇ ਜਿਹਦਾ ਲਾਲ ਪਾ ਹੈ ਥੋੜਾ ਥੋੜਾ ਕਾਲਾ ਰੰਗ ਵੀ ਦਿੱਤਾ ਹੋਇਆ ਸੀ ਜਿਸ ਨੂੰ ਕਕਰੇਜੀ ਰੰਗ ਕਹਿ ਦਿੰਦੇ ਹਨ। ਫੁੱਲਾਂ ਦੇ ਨਾਲੇ ਜਿਹੜਾ ਤਿਆਰ ਕੀਤਾ ਜਾਂਦਾ ਹੈ ਥੋੜਾ ਜਿਹਾ ਲਾਲ ਪਾ ਤੇ ਜਿਹਦੇ ਵਿੱਚੋਂ ਮਾੜੀ ਮਾੜੀ ਕਾਲੇ ਰੰਗ ਦੀ ਭਾ ਵੀ ਮਾਰ ਰਹੀ ਹੈ। ਕੰਗਾ ਸਹਿਤ ਸੋ ਕੀਸ ਹੀ ਗਹੀ ਕਰਦ ਤਿਨ ਸੰਗ ਉਸ ਬਾਤ ਮਹਾਰਾਜ ਨੇ ਜਿਹੜੇ ਰੋਮ ਕੰਗੇ ਦੇ ਵਿੱਚ ਨਿਕਲੇ ਹੋਏ ਸਨ ਬੋਂਦਿਆਂ ਬੋਂਦਿਆਂ ਜੋ ਵੀ ਦਸਤਾਰ ਹੈ ਮਹਾਰਾਜ ਨੇ ਆਪਣੇ ਸਜਾਉਣ ਦੇ ਲਈ ਸੇਵਕ ਦਾਦੇ ਪਾਸੋਂ ਮੰਗਵਾਈ ਹੈ। ਬਖਸ਼ੇ ਬੁੱਧੂ ਸ਼ਾਹ ਕੋ ਲੈ ਨਿਜ ਸੀਸ ਚੜਾਈ ਗਿਆਨੀ ਗਿਆਨ ਸਿੰਘ ਨੇ ਤਾਂ ਕਈ ਵਸਤੂਆਂ ਦੇ ਜਿਹੜੇ ਨਾਮ ਆਪਣੇ ਵੱਲੋਂ ਲਿਖੇ ਨੇ ਵੀ ਇੱਕ ਕਟਾਰ ਹੁਕਮਨਾਮਾ ਅੱਧੀ ਦਸਤਾਰ ਰੋਮਾ ਦੇ ਸਹਿਤ ਸਤਿਗੁਰੂ ਜੀ ਨੇ ਕਈ ਦਾਤਾਂ ਉਸ ਸਮੇਂ ਪੀਰ ਬੁੱਧੂ ਸ਼ਾਹ ਨੂੰ ਆਪਣੇ ਵੱਲੋਂ ਬਖਸ਼ੀਆਂ ਸਨ। ਬਾਰ ਬਾਰ ਬੰਧਨ ਕਰੈ ਹਿਰਦੈ ਰਹਿਓ ਹਰ ਖਾਈ ਇੱਕ ਬਹੁਤ ਸੋਹਣੀ ਪੋਸ਼ਾਕ ਇਹ ਸਾਰੀਆਂ ਵਸਤੂਆਂ ਦੀਨ ਦੁਨੀਆ ਦੇ ਮਾਲਕ ਦੇ ਕੋਲੋਂ ਲੈ ਕਰਕੇ ਪੀਰ ਬੁੱਧੂ ਸ਼ਾਹ ਜੀ ਮਨ ਦੇ ਵਿੱਚ ਬੜੇ ਪ੍ਰਸੰਨ ਹੋ ਗਏ ਸਨ। ਰਾਖੋ ਭਲੀ ਸੰਭਾਰ ਕਰ ਬਧਾ ਖਾਲਸੇ ਰਾਜ ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜੀਆਂ ਵਸਤੂਆਂ ਬੜੇ ਧਿਆਨ ਦੇ ਨਾਲ ਤਾਂ ਸੰਭਾਲ ਕਰਕੇ ਰੱਖਣੀਆਂ ਨੇ ਜਦੋਂ ਸਾਡੇ ਖਾਲਸੇ ਦਾ ਜਿਹੜਾ ਰਾਜ
ਆ ਹਿੰਦੁਸਤਾਨ ਦੇ ਵਿੱਚ ਵੱਧ ਜਾਣਾ ਹੈ। ਤਬ ਤੁਬ ਸੰਤਤ ਕੀ ਅਦਕ ਆਬਹਿ ਨਿਤ ਬ੍ਰਤ ਕਾਜ। ਉਸ ਵਕਤ ਇਹਨਾਂ ਵਸਤੂਆਂ ਦੀ ਬੜੀ ਕੀਮਤ ਮੇਰੇ ਸਿੰਘਾਂ ਨੇ ਪਾਉਣੀ ਹੈ। ਤੇਰੀ ਜਿਹੜੀ ਸੰਤਾਨ ਹੈ, ਜਿਹੜੀ ਤੇਰੀ ਔਲਾਦ, ਬੜਾ ਉਹਨੂੰ ਲਾਭ ਪ੍ਰਾਪਤ ਹੋਵੇਗਾ। ਜਿਨ੍ਹਾਂ ਨੇ ਦਰਸ਼ਨ ਕਰਨੇ ਨੇ, ਬੜੀ ਮਾਇਆ ਆਪਣੇ ਵੱਲੋਂ ਮੇਰੇ ਖਾਲਸੇ ਨੇ ਤੇਰੀ ਸੰਤਾਨ ਨੂੰ ਆਪਣੇ ਵੱਲੋਂ ਭੇਟਾ ਕਰਨੀ ਹੈ। ਇਮ ਕਹਿ ਦਰਬਾ ਨਾਈ ਕਰ ਦੀਨਸ 5000। ਉਸ ਵਕਤ ਮਹਾਰਾਜ ਨੇ 5000 ਰੁਪਈਆ ਵੀ ਆਪਣੇ ਵੱਲੋਂ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਾ ਦਿੱਤਾ ਸੀ। ਦੇਹੋ ਮੁਰੀਦਨ ਸਭਨ ਕੋ ਜਿਨਹੁ ਕਰੀ ਰਨਕਾਰ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਨ੍ਹਾਂ ਤੇਰੇ ਮਰੀਦਾਂ ਨੇ ਜ਼ੋਦੇ ਵਿੱਚ ਆ ਕਰਕੇ ਕਾਰਜ ਕੀਤੇ ਹਨ, ਤਾਂ ਆਪਣੇ ਆਪ ਹੀ ਜਥਾ ਜੋਗ ਮਾਇਆ ਉਹਨਾਂ ਦੇ ਵਿੱਚ ਵਰਤਾ ਦੇਣੀ ਹੈ। ਸਿਰਿਓ ਪਾਓ ਸਮੁਦਾਇ ਦੀ ਕਰ ਸੰਤੁਸ਼ਟ ਵਿਸਾਲ। ਸਾਰਿਆਂ ਨੂੰ ਮਹਾਰਾਜ ਨੇ ਬੜੇ ਹੋ ਜੇ ਸਰੋਪੇ ਆਪਣੇ ਵੱਲੋਂ ਬਖਸ਼ ਦਿੱਤੇ ਹਨ। ਰੁਖ ਸਦ ਕੀਨੋ ਮਾਨ ਜੁਤ ਅਦਕ ਹਰਖ ਕੀ ਨਾਲ। ਪੀਰ ਬੁੱਧੂ ਸ਼ਾਹ ਨੂੰ ਵੀ ਮਹਾਰਾਜ ਨੇ ਬੜੇ ਅਦਬ ਸਤਿਕਾਰ ਦੇ ਸਹਿਤ ਵਿਦਾ ਕੀਤਾ ਸੀ। ਲੈ ਕਰ ਗਏ ਹੋ ਜੇ ਪਦਾਰਥ ਮੋਹਲਕ ਦਾਤਾ। ਪੀਰ ਜੀ ਵੀ ਮਨ ਦੇ ਅੰਦਰ ਬੜੇ ਪ੍ਰਸੰਨ ਹੋ ਗਏ ਹਨ। ਬਾਰ ਬਾਰ ਕਰ ਬੰਦਨਾ ਗਇਓ ਸੰਡੌਰੇ ਧਾਮ। ਸਤਿਗੁਰੂ ਜੀ ਦੇ ਚਰਨਾਂ ਤੇ ਬਾਰ-ਬਾਰ ਮੱਥਾ ਟੇਕ ਕਰਕੇ ਪੀਰ ਬੁੱਧੂ ਸ਼ਾਹ ਜੀ ਆਪਣੇ ਸੰਡੌਰੇ ਨਗਰ ਦੇ ਵਿੱਚ ਪਹੁੰਚ ਗਏ ਹਨ। ਹੋਰ ਮੁਰੀਦਨ ਕਾਮਨਾ ਸਰੀ ਸਭਨ ਕੀ ਕਾਮ। ਇਸ ਨੇ ਆਪਣੇ ਮਰੀਦਾਂ ਦੇ ਜਿਹੜੇ ਕਾਰਜ ਵੀ ਪੂਰਾ ਕੀਤੇ, ਜੋ ਵੀ ਇਹਨਾਂ ਦੇ ਮਨ ਦੇ ਅੰਦਰ ਕਾਮਨਾ ਪੈਦਾ ਹੋ ਗਈ, ਉਹ ਵੀ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਵੱਲੋਂ ਸਾਰਿਆਂ ਦੀ ਪੂਰੀ ਕਰ ਦਿੱਤੀ ਹੈ। ਕੰਧ ਬਿਖੈ ਰਖ ਤਾਹੀ ਕਉ ਤਾਂ ਮਹਿ ਦੀਨ ਚਿਨਾਈ। ਇਹ ਜਿਹੜੀਆਂ ਵਸਤੂਆਂ ਇੱਕ ਸੰਦੂਕੜੀ ਦੇ ਵਿੱਚ ਪਾ ਕੇ ਪੀਰ ਬੁੱਧੂ ਸ਼ਾਹ ਜੀ ਨੇ ਕੰਧ ਦੇ ਵਿੱਚ ਚਣਵਾ ਦਿੱਤੀਆਂ ਸਨ। 8-10 ਸਹਿ 17 ਬਿਖੈ ਔਚਕ ਗਿਰੀ ਸੋ ਜਾਈ। ਭਾਈ ਸਾਹਿਬ ਜੀ ਲਿਖਦੇ ਨੇ ਵੀ ਜਦੋਂ 1870 ਬਿਕਰਮੀ ਸੰਮਤ ਦੇ ਵਿੱਚ ਇਹ ਜਿਹੜੀ ਕੰਧ ਮਕਾਨ ਦੀ ਅਚਾਨਕ ਹੀ ਡਿੱਗ ਪਈ ਸੀ। ਨਿਕਸੀ ਤਬੈ ਸੰਦੂਕਰੀ ਹੁਕਮ ਪੱਤਰ ਪਠ ਜਾਨ। ਜਦੋਂ ਖਾਲਸੇ ਨੇ ਦੇਖਿਆ ਵੀ ਇਹਦੇ ਵਿੱਚ ਤਾਂ ਇੱਕ ਬਹੁਤ ਵੱਡੀ ਲੋਹੇ ਦੀ ਜਿਹੜੀ ਸੰਦੂਕੜੀ ਕੰਧ ਦੇ ਵਿੱਚੋਂ ਨਿਕਲ ਆਈ ਹੈ। ਰਹਿਤ ਹੋਤੇ ਕਬ ਜਿਸ ਨਿਕਟ ਸੋ ਸਰਦਾਰ ਮਹਾਨ। ਕਵੀ ਜੀ ਕਹਿੰਦੇ ਨੇ ਵੀ ਜਿਹੜੇ ਬਹੁਤ ਵੱਡੇ ਮਹਾਨ ਸਰਦਾਰ ਦੇ ਪਾਸ ਮੈਂ ਰਿਹਾ ਕਰਦਾ ਸੀ, ਉਹ ਸਟੋਰੇ ਨਗਰ ਦੇ ਤਕਰੀਬਨ ਨੇੜੇ ਹੀ ਵਸਿਆ ਕਰਦੇ ਸਨ। ਬੂੜੀਆ ਪਿੰਡ ਦੇ ਵਿੱਚ ਰਹਿ ਕਰਕੇ ਕਵੀ ਜੀ ਨੇ ਕਾਫੀ ਟਾਈਮ ਵੀ ਬਤੀਤ ਕੀਤਾ ਸੀ। ਹੋਰ ਭਲਿਆਈ ਸੋ ਤਹਾਂ ਦੇਖੀ ਸਭਨ ਪਛਾਨ। ਵੀ ਸਭ ਤੋਂ ਪਹਿਲਾਂ ਉਹ ਸੰਦੂਕੜੀ ਲਿਆ ਕਰਕੇ ਸਰਦਾਰਾਂ ਨੇ ਮੈਨੂੰ ਆਪ ਦਰਸ਼ਨ ਕਰਵਾਏ ਸਨ। ਮਾਨੀ ਸਿਰ ਧਰ ਦੀਤ ਭੀ ਸਿੱਖ ਬਹੁ ਧਨ ਕੋ ਦਾਨ। ਜਿਆਦਾ ਸੰਦੂਕੜੀ ਦੇ ਵਿੱਚੋਂ ਹੁਕਮਨਾਮਾ ਸਾਰੀਆਂ ਵਸਤੂਆਂ ਦੇ ਦਰਸ਼ਨ ਕੀਤੇ। ਜਿਹੜੇ ਸੀ ਵੱਡੇ ਵੱਡੇ ਸਰਦਾਰ, ਵੱਡੇ ਵੱਡੇ ਰਈਸ, ਉਹਨਾਂ ਨੇ ਆਪਣੇ ਵੱਲੋਂ ਬਹੁਤ ਸਾਰੀ ਮਾਇਆ ਵੀ ਭੇਟਾ ਕੀਤੀ ਹੈ। ਸੰਤਤ ਬੁੱਧੂ ਸ਼ਾਹ ਕੀ ਅਬਲੋ ਤਹਾਂ ਅਲੰਬ। ਉਸ ਦੇ ਆਸਰੇ ਹੋ ਕਰਕੇ ਪੀਰ ਬੁੱਧੂ ਸ਼ਾਹ ਜੀ ਜਿਹੜੀ ਸੰਤਾਨ ਔਲਾਦ ਭਾਈ ਸਾਹਿਬ ਜੀ ਕਹਿੰਦੇ ਨੇ ਵੀ ਉਸ ਨਗਰ ਦੇ ਵਿੱਚ ਬਸ ਰਹੀ ਹੈ। ਕਰਤ ਜੀਵਕਾ ਤਿਸੀ ਤੀ ਪਾਵਤ ਦਰਬ ਕਦੰਬ। ਜਿਹੜੀਆਂ ਦਾਤਾਂ ਸਤਿਗੁਰੂ ਜੀ ਨੇ ਬਖਸ਼ੀਆਂ, ਉਸ ਦੁਆਰਾ ਹੀ ਪੀਰ ਬੁੱਧੂ ਸ਼ਾਹ ਦੀ ਜਿਹੜੀ ਸੰਤਾਨ ਹੈ ਉਹਦਾ ਬੜਾ ਖੁੱਲਾ ਗੁਜ਼ਾਰਾ ਚੱਲੀ ਜਾਂਦਾ। ਵੱਡੇ ਵੱਡੇ ਸਰਦਾਰ, ਬੜੀ ਮਾਇਆ ਇਹਨਾਂ ਨੂੰ ਆ ਕਰਕੇ
ਭੇਟਾ ਕਰਿਆ ਕਰਦੇ ਸਨ। ਸੰਮਤ ਬੀਤੀ ਆਈ ਸੋ ਹਮਕੋ ਦਰਸ਼ ਦਿਖਾਈ। ਭਾਈ ਸਾਹਿਬ ਜੀ ਦਾਦੇ ਨੇ ਵੀ ਸਾਲ ਤੋਂ ਬਾਅਦ ਇਹਨਾਂ ਵਸਤੂਆਂ ਦੇ ਸਾਨੂੰ ਆਪ ਪੀਰ ਬੁੱਧੂ ਸ਼ਾਹ ਦੀ ਜੋਤ ਵੀ ਔਲਾਦ ਹੈ, ਉਸ ਨਗਰ ਦੇ ਵਿੱਚ ਲਿਆ ਕਰਕੇ ਦਰਸ਼ਨ ਕਰਵਾਇਆ ਕਰਦੇ ਸਨ। ਬੁੱਧੂ ਸ਼ਾਹੀ ਪ੍ਰਸੰਗ ਕੋ ਭਾਖਿਓ ਸਕਲ ਬਨਾਈ। ਪੀਰ ਬੁੱਧੂ ਸ਼ਾਹ ਦੀ ਸਾਰੀ ਜਿਹੜੀ ਸੁੰਦਰ ਵਾਰਤਾ ਕਵੀ ਜੀ ਨੇ ਛੰਦਾਬੰਦੀ ਦੇ ਵਿੱਚ ਉਚਾਰਨ ਕੀਤੀ ਹੈ। ਦੋਹਰਾ ਸ਼੍ਰੀ ਸਤਿਗੁਰ ਤਬ ਕੀਸ ਕੇਸਰੀ ਅਪਰ ਬੰਦ ਦਸਤਾਰ। ਉਹ ਤੋਂ ਬਾਅਦ ਮਹਾਰਾਜ ਨੇ ਆਪਣੇ ਸਜਾਉਣ ਦੇ ਲਈ ਜਿਹੜੀ ਹੋਰ ਕੈਸਰੀ ਰੰਗ ਦੀ ਦਸਤਾਰ ਸੇਵਕ ਦਾਦੇ ਪਾਸੋਂ ਮੰਗਵਾ ਲਈ ਸੀ। ਜਿਗਾ ਬਾਂਧ ਕਲੰਗੀ ਧਰੀ ਸ਼ੋਭਾ ਉਦਤ ਉਦਾਰ। ਪਹਿਲਾਂ ਮਹਾਰਾਜ ਨੇ ਪੈਚ ਲਗਾ ਕਰਕੇ ਪੱਗ ਬੰਨ੍ਹ ਲਈ ਹੈ। ਫਿਰ ਜਿਗੇ ਉੱਪਰਲੇ ਪਾਸੇ ਸਤਿਗੁਰੂ ਜੀ ਨੇ ਸੁਨਹਿਰੀ ਰੰਗ ਦੀ ਕਲੰਗੀ ਵੀ ਸਜਾ ਲਈ ਸੀ। ਨਿਸ਼ਾਨੀ ਛੰਦ ਲੱਗਿਓ ਦੀਵਾਨ ਮਹਾਨ ਪਟ ਵੱਡ ਹੋਤ ਆਨੰਦੀ। ਜਦੋਂ ਮਹਾਰਾਜ ਨੇ ਦੀਵਾਨ ਸਜਾਇਆ, ਜੋਧੇ ਸੂਰਮੇ ਦਰਸ਼ਨ ਕਰਕੇ ਉਹ ਵੀ ਬੜੇ ਆਨੰਦਾਂ ਦੇ ਸਹਿਤ ਹੋ ਰਹੇ ਹਨ। ਸਾਧ ਕਿਰਪਾਲ ਮਹੰਤ ਤਬ ਆਇਓ ਗੁਰਬੰਦੀ। ਉਹ ਤੋਂ ਬਾਅਦ ਉਹ ਦਾਸੀ ਮਹਾਤਮਾ ਕਿਰਪਾਲ ਦਾਸ ਜੀ ਇਹ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਗਏ ਸੀ। ਸਭਾ ਵਿਖੇ ਸਨਮਾਨ ਕਰ ਪ੍ਰਭ ਤਾਹੇ ਬਿਠਾਇਓ। ਮਹਾਰਾਜ ਨੇ ਇਸ ਨੂੰ ਵੀ ਪਰੇ ਦੀਵਾਨ ਦੇ ਵਿੱਚ ਬੜੇ ਅਦਬ ਸਤਿਕਾਰ ਦੇ ਸਹਿਤ ਆਪਣੇ ਨੇੜੇ ਬਿਠਾਇਆ ਸੀ। ਸਾਧ ਸਾਧ ਸ਼੍ਰੀ ਮੁਖ ਕਹਿਓ ਸਾਧੂ ਸੁਖ ਪਾਇਓ। ਕਿਰਪਾਲ ਦਾਸ ਮਹੰਤ ਨੂੰ ਵੀ ਮਹਾਰਾਜ ਨੇ ਆਪਣੇ ਵੱਲੋਂ ਸ਼ਾਬਾਸ਼ ਸ਼ਾਬਾਸ਼ ਕਹਿੰਦੇ ਹੋਇਆ ਸਾਰੀਆਂ ਸੰਗਤਾਂ ਦੇ ਸਾਹਮਣੇ ਬੜਾ ਸਤਿਕਾਰ ਕੀਤਾ। ਵੀ ਦੇਖੋ ਕਿਤਨਾ ਵੱਡਾ ਸਾਧੂ ਮਹਾਤਮਾ ਫਕੀਰ, ਇਹਨੇ ਵੀ ਮੈਦਾਨੇ ਜੰਗ ਦੇ ਵਿੱਚ ਕਿਹੋ ਜਿਹੇ ਜ਼ੋਰ ਦਿਖਾਉਂਦਿਆਂ ਹੋਇਆਂ ਪਹਾੜੀ ਰਾਜਿਆਂ ਦੇ ਯੋਧੇ ਸੂਰਮਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵੀ ਨਾ ਕੋਈ ਵਰਸ਼ਾ, ਨਾ ਕੋਈ ਕਟਾਰ, ਨਾ ਤਲਵਾਰ, ਇਹਨੇ ਦਾ ਫਿਰ ਕੁੱਤਕੇ ਦੇ ਨਾਲ ਹੀ ਹਿਆਤ ਖਾਂ ਵਰਗਿਆਂ ਦੇ ਸਿਰ ਭੰਨ ਕਰ ਗਏ ਰੱਖ ਦਿੱਤੇ ਸਨ। ਬਖਸ਼ਿਸ਼ ਹੇਤ ਵਿਚਾਰ ਕਰ ਜਗ ਮਹਿ ਵਡਿਆਈ। ਹੁਣ ਸਤਿਗੁਰੂ ਜੀ ਕਿਰਪਾਲ ਦਾਸ ਮਹਾਂਪੁਰਖ ਨੂੰ ਵੀ ਆਪਣੇ ਵੱਲੋਂ ਦਾਤਾਂ ਬਖਸ਼ਣੀਆਂ ਚਾਹੁੰਦੇ ਹਨ। ਅਰਧ ਪਾਰ ਦਸਤਾਰ ਕੋ ਦੇ ਸੀਸ ਬੰਧਾਈ। ਇਹ ਜਿਹੜੀ ਦਸਤਾਰ ਅੱਧੀ ਤਾਂ ਪਹਿਲਾਂ ਪੀਰ ਬੁੱਧੂ ਸ਼ਾਹ ਨੂੰ ਬਖਸ਼ੀ ਤੇ ਅੱਧੀ ਦੂਜੇ ਨੰਬਰ ਤੇ ਮਹਾਰਾਜ ਇਸ ਕਿਰਪਾਲ ਦਾਸ ਨੂੰ ਆਪਣੇ ਵੱਲੋਂ ਦੇਣ ਲੱਗੇ ਹਨ। ਕੁਲਹਾ ਕੇ ਉੱਪਰ ਬੰਦੀ ਦੁੱਤ ਹੋਏ ਗਈ ਦੂਣੀ। ਅੱਧੀ ਦਸਤਾਰ ਪਕੜ ਕਰਕੇ ਜਦੋਂ ਮਹਾਰਾਜ ਨੇ ਪਹਿਲਾਂ ਤਾਂ ਸਿਰ ਦੇ ਉੱਪਰ ਟੋਪੀ ਬੰਨੀ ਹੋਈ ਸੀ, ਉਹਦੇ ਉੱਪਰ ਹੀ ਅੱਧੀ ਦਸਤਾਰ ਜਦੋਂ ਦੀਨ ਦੁਨੀਆ ਦੇ ਮਾਲਕ ਨੇ ਆਪ ਇਹਦੇ ਸਿਰ ਦੇ ਉੱਪਰ ਸਜਾ ਦਿੱਤੀ ਹੈ। ਗਿਆਨ ਸੱਚ ਦਾ ਆਨੰਦ ਮਹਿ ਬ੍ਰਿਤ ਟਿੱਕੀ ਚਉਨੀ। ਕਿਰਪਾਲ ਦਾਸ ਮਹੰਤ ਦੀ ਜਿਹੜੀ ਸੁੰਦਰਤਾਈ ਅੱਗੇ ਨਾਲੋਂ ਕਈ ਗੁਣਾ ਜ਼ਿਆਦਾ ਵੱਧ ਚੁੱਕੀ ਹੈ। ਤਕਮਾ ਇਹ ਤਬ ਪੰਥ ਕੋ ਜਗ ਸਜੈ ਨਿਰਾਲਾ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ, ਇਹ ਕਿਰਪਾਲ ਦਾਸ ਮਹੰਤ ਜੀ, ਇਹ ਤੇਰੇ ਪੰਥ ਦੇ ਵਿੱਚ ਬਹੁਤ ਵੱਡਾ ਇੱਕ ਮੁਰਾਤਬੇ ਦਾ ਚਿੰਨ੍ਹ ਤੈਨੂੰ ਬਖਸ਼ਿਆ ਵੀ ਜਿਹੜੀ ਮਹਾਰਾਜ ਨੇ ਪੱਗ ਇਹਦੀ ਟੋਪੀ ਦੇ ਉੱਪਰ ਬੰਨੀ ਵੀ ਇਹ ਜਿਹੜਾ ਮੁਰਾਤਬਾ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਪੰਥ ਨੂੰ ਵੀ ਪ੍ਰਾਪਤ ਹੋਣਾ ਹੈ। ਦੋਨੋਂ ਲੋਕ ਸੁਧਾਰ ਦੀਏ ਗੁਰ ਬਖਸ਼ ਵਿਸਾਲਾ। ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦੁਆਰਾ ਕਿਰਪਾਲ ਦਾਸ ਮਹੰਤ ਦੇ ਦੋਵੇਂ ਲੋਕ ਬੜੇ ਸ਼ਾਨਦਾਰ ਬਣ ਗਏ ਹਨ। ਪੌਂਟਾ ਸਾਹਿਬ ਦੇ ਵਿੱਚ ਅੱਜ ਤੱਕ ਉਹ ਸਿਲਾ ਉਸੇ ਤਰ੍ਹਾਂ ਹੀ ਕਾਇਮ ਹੈ, ਜਿਹਦੇ ਉੱਪਰ ਬੈਠ ਕਰਕੇ ਉਹ ਦਾਸੀ
ਕਿਰਪਾਲ ਦਾਸ ਮਹਾਤਮਾ ਜੀ ਬਹੁਤ ਵੱਡੀ ਘੋਰ ਤਪੱਸਿਆ ਕਰਿਆ ਕਰਦੇ ਸਨ। ਥੋੜਾ ਜਿਹਾ ਥੱਲੇ ਜਾ ਕਰਕੇ ਉਹ ਬਹੁਤ ਵੱਡੀ ਪੱਥਰ ਦੀ ਸਿਲਾ ਉਸੇ ਤਰ੍ਹਾਂ ਪਈ ਹੈ। ਤਪੱਸਿਆ ਕਰਦਿਆਂ ਕਰਦਿਆਂ ਜਿਨ੍ਹਾਂ ਨੇ ਪੱਥਰ ਦੇ ਉੱਪਰ ਵੀ ਇਹੋ ਜਿਹਾ ਕਾਸਾ ਪਾਇਆ ਹੋਇਆ ਹੈ। ਕਿਰਪਾਲ ਦਾਸ ਮਹਾਤਮਾ ਦੇ ਪਾਵਨ ਸਥਾਨ 'ਤੇ ਹੁਣ ਤੱਕ ਵੀ ਗੁਰੂ ਕੇ ਲੰਗਰ ਉਸੇ ਤਰ੍ਹਾਂ ਚੱਲ ਰਹੇ ਹਨ। ਕਿਤਨੀ ਬੜੀ ਮਹਾਨ ਕਮਾਈ ਕਿਰਪਾਲ ਦਾਸ ਮਹੰਤਾਂ ਨੇ ਕੀਤੀ ਸੀ। ਨਿਤ ਪ੍ਰਤ ਦੇਗ ਕਰਹ ਕੀ ਦੀਜੈ ਸੰਗ ਚੇਲੀ। ਸਤਿਗੁਰੂ ਜੀ ਕਹਿਣ ਲੱਗੇ ਵੀ ਆ ਜਿਹੜੇ ਤੇਰੇ ਪਾਸ ਬਹੁਤ ਸਾਰੇ ਚੇਲੇ ਦਾਸ ਨਾ ਹੋਣ ਆ ਕਰਕੇ ਰਹਿਣ ਲੱਗ ਪਏ ਨੇ, ਇਹਨਾਂ ਨੂੰ ਰੋਜ਼ਾਨਾ ਆਪਾਂ ਨੇ ਤਾਜ਼ਾ ਤਾਜ਼ਾ ਗਰਮ ਗਰਮ ਕੜਾ ਪ੍ਰਸ਼ਾਦ ਤਿਆਰ ਕਰਕੇ ਛਕਾਉਣਾ ਹੈ। ਕਾਰਦਾਰ ਪਰ ਗੁਰ ਹੁਕਮਾ ਹੋਇਓ ਤਿਸ ਬੇਲੀ। ਜਿਹੜੇ ਨੇ ਸਤਿਗੁਰੂ ਜੀ ਦੇ ਪ੍ਰਬੰਧਕ ਮੁਖੀ ਜੋ ਵੀ ਬਣਾਏ ਹੋਏ ਸੀ ਉਹਨਾਂ ਨੂੰ ਆਗਿਆ ਕਰ ਦਿੱਤੀ ਵੀ ਇਹਨਾਂ ਨੂੰ ਇਸੇ ਤਰ੍ਹਾਂ ਰੋਜ਼ ਦੀ ਰੋਜ਼ ਤੁਸੀਂ ਜਿਹੜਾ ਦੇਸੀ ਘਿਓ ਦਾ ਕੜਾ ਪ੍ਰਸ਼ਾਦ ਤਿਆਰ ਕਰਕੇ ਛਕਾਉਣਾ ਹੈ। ਦਇਆ ਰਾਮ ਪ੍ਰੋਹਤ ਬਲੀ ਕੀਨੋ ਰਨ ਭਾਰੀ। ਇਸੇ ਤਰ੍ਹਾਂ ਭਾਈ ਦਇਆ ਰਾਮ ਜੀ ਗੁਰੂ ਘਰ ਦੇ ਪ੍ਰੋਹਤ ਕਿਤਨੇ ਵੱਡੇ ਯੋਧੇ ਜੋ ਸੂਰਮੇ ਹਨ। ਕਰਤ ਭਈ ਬਖਸ਼ਿਸ਼ ਤਬੈ ਤਿਸ ਔਰ ਨਿਹਾਰੀ। ਸਤਿਗੁਰੂ ਜੀ ਨੇ ਜਦੋਂ ਦੇਖਿਆ ਵੀ ਭਾਈ ਦਇਆ ਰਾਮ ਪ੍ਰੋਹਤ ਇਹ ਵੀ ਬਹੁਤ ਵੱਡੇ ਯੋਧੇ ਸੂਰਮੇ ਹਨ, ਇਹਨੂੰ ਵੀ ਮਹਾਰਾਜ ਨੇ ਬਹੁਤ ਵੱਡੀ ਮਹਾਨ ਆਪਣੇ ਵੱਲੋਂ ਬਖਸ਼ਿਸ਼ ਕੀਤੀ ਸੀ। ਢਾਲਾ ਬਖਸ਼ਿਓ ਆਪਨੋ ਪੁਨ ਪਟਾ ਲਿਖਾਇਓ। ਢਾਲਾ ਬਖਸ਼ਿਓ ਆਪਨੋ ਪੁਨ ਪਟਾ ਲਿਖਾਇਓ। ਮਹਾਰਾਜ ਨੇ ਆਪਣੀ ਬਹੁਤ ਵੱਡੀ ਮਜ਼ਬੂਤ ਢਾਲ ਵੀ ਬਖਸ਼ੀ। ਇਸੇ ਤਰ੍ਹਾਂ ਇੱਕ ਪਟਾ ਵੀ ਸਤਿਗੁਰੂ ਜੀ ਨੇ ਲੈ ਕਰਕੇ ਆਪਣੇ ਵੱਲੋਂ ਨੂੰ ਦੇ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਸਿੰਘ ਸੂਰਮਿਆਂ ਨੇ ਤੇਰੀ ਸੰਤਾਨ ਨੂੰ ਆ ਪਟਾ ਦੇ ਕਰਕੇ ਬੜੀ ਮਾਇਆ ਬਖਸ਼ਿਆ ਕਰਨੀ ਹੈ। ਇਨ ਪੂਜਹਿ ਦਰਸ਼ਨ ਕਰੈ ਪਾਵਹਿ ਮਨ ਪਾਇਓ। ਜਦੋਂ ਢਾਲੇ ਦੇ ਦਰਸ਼ਨ ਕਰਨੇ ਨੇ ਸੰਗਤਾਂ ਨੇ ਪਟਾ ਲਿਖਿਆ ਹੋਇਆ ਪੜ੍ਹ ਲੈਣਾ, ਆਪਣੇ ਆਪ ਹੀ ਤੇਰੀ ਔਲਾਦ ਨੂੰ ਬੜੀ ਮਾਇਆ ਬੜਾ ਧਨ ਵੱਡੇ ਵੱਡੇ ਮੇਰੇ ਸਰਦਾਰਾਂ ਨੇ ਮੇਰੇ ਖਾਲਸੇ ਨੇ ਬਖਸ਼ ਦੇਣਾ ਹੈ। ਤਿਨਹੁ ਬੈਠੇ ਭਾਨ ਜੀ ਦੀਨੀ ਬਹੁ ਤੀਰਾ। ਇਸੇ ਤਰ੍ਹਾਂ ਉਸ ਵਕਤ ਜੋ ਤਿੰਨੇ ਹੀ ਭਰਾ ਜਿਨ੍ਹਾਂ ਦੀ ਹਲ ਗੁਰੂ ਕੇ ਭਾਣਜੇ ਸੰਗਤਾਂ ਦੇ ਵਿੱਚ ਚਾਰੇ ਪਾਸੇ ਹੀ ਪੈ ਚੁੱਕੀ ਹੈ। ਦੋਨੋਂ ਭਰਾਤਾ ਸੁਰਗ ਗੀ ਜਿਹ ਗਤ ਵੱਡ ਵੀਰਾ। ਜਿਨ੍ਹਾਂ ਦੇ ਵਿੱਚੋਂ ਦੋ ਭਰਾ ਸੰਗੋ ਸ਼ਾਹ ਤੇ ਜੀਤਮਲ ਜੀ ਇਹ ਤਾਂ ਹੁਣ ਸ਼ਹੀਦੀ ਪ੍ਰਾਪਤ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਪਹੁੰਚ ਚੁੱਕੇ ਹਨ। ਸਫਲ ਮਰਨ ਛਤਰੀਨ ਕੋ ਰਿਪ ਮਾਰਤ ਮਰਬੋ। ਵੀ ਇਹੋ ਜਿਹੇ ਖੱਤਰੀਆਂ ਦਾ ਪ੍ਰਮਾਣ ਨਹੀਂ ਹੋ ਜਾਂਦਾ ਹੈ ਵੀ ਜਿਹੜੇ ਮੈਦਾਨੇ ਜੰਗ ਦੇ ਵਿੱਚ ਬੈਰੀਆਂ ਨੂੰ ਮਾਰਦਿਆਂ ਹੋਇਆਂ ਆਪ ਵੀ ਕੁਰਬਾਨ ਹੋ ਜਾਂਦੇ ਹਨ। ਕ੍ਰੋਧਤ ਹੋਈ ਆਗੇ ਚੱਲਣਾ ਪਗ ਪਾਛ ਨਾ ਧਰਬੋ। ਜਿਹੜੇ ਯੋਧੇ ਸੂਰਮੇ ਧਰਮ ਯੁੱਧ ਨੂੰ ਧਾਰਨ ਕਰਨ ਵਾਲੇ ਉਹ ਤਾਂ ਫਿਰ ਮੈਦਾਨੇ ਜੰਗ ਦੇ ਵਿੱਚ ਕਦੇ ਵੀ ਆਪਣਾ ਜਿਹੜਾ ਪੈਰ ਪਿੱਛੇ ਨਹੀਂ ਪਾਇਆ ਕਰਦੇ ਹਨ। ਨਹੀਂ ਸੋਚ ਵੀ ਜੋਗ ਸੋ ਨਿਜ ਧਰਮ ਸਮੇਤਾ। ਜਿਹੜੇ ਹੁਣ ਆਪਣੇ ਧਰਮ ਦੇ ਸਮੇਤ ਇਤਨੀ ਵੱਡੀ ਕੁਰਬਾਨੀ ਕਰਕੇ ਗਏ ਨੇ ਉਹਨਾਂ ਨੂੰ ਫਿਰ ਕੋਈ ਸੋਚਣਾ ਵੀ ਨਹੀਂ ਬਣਦਾ ਹੈ। ਸੋ ਜਸ ਹਲਤ ਮਹਿ ਪਲਤ ਸੁਖ ਥਿਤ ਦੇਵ ਨਿਕੇਤਾ। ਜਿਨ੍ਹਾਂ ਦੀ ਇਸ ਲੋਕ ਦੇ ਵਿੱਚ ਵੀ ਵਡਿਆਈ ਤੇ ਪਰਲੋਕ ਦੇ ਵਿੱਚ ਵੀ ਜੈ ਜੈਕਾਰ ਦੇ ਡੰਕੇ ਵੱਜ ਜਾਂਦੇ ਹਨ। ਪਰਨ ਮੰਚ ਪਰ ਮਰਨ ਹੋਈ ਭਟਕੋ ਨਾ ਨੀਕੋ। ਮਹਾਰਾਜ ਕਹਿਣ ਲੱਗੇ ਵੀ ਜਿਹੜੇ ਨੇ ਯੋਧੇ ਬਹਾਦਰ ਸੂਰਮੇ ਉਹਨਾਂ ਦਾ ਕੋਈ ਮੰਜਿਆਂ ਤੇ ਲੰਮਿਆਂ ਪੈ ਕਰਕੇ ਮਰਨਾ ਚੰਗਾ ਨਹੀਂ ਹੁੰਦਾ। ਯੋਧੇ ਸੂਰਮੇ ਦਾ ਫਿਰ
ਮੈਦਾਨੇ ਜੰਗ ਦੇ ਵਿੱਚ ਹੀ ਆਪਣਾ ਜਿਹੜਾ ਸਰੀਰ ਤਿਆਗਦੇ ਹੋਏ ਦੇਨ ਔਰ ਦੁਨੀਆ ਦੋਵੇਂ ਲੋਕਾਂ ਦੇ ਵਿੱਚ ਬੜੀ ਸ਼ੋਭਾ ਪ੍ਰਾਪਤ ਕਰ ਲੈਂਦੇ ਹਨ। ਦੁਰਲਭ ਪਾਵਨ ਸੁਰਗ ਕੋ ਨਹਿ ਜਸ ਕੋ ਟੀਕੋ। ਪਰ ਇਹੋ ਜਿਹੇ ਯੋਧੇ ਸੂਰਮਿਆਂ ਨੂੰ ਤਾਂ ਸੁਰਗਾ ਲੋਕਾਂ ਦੀ ਪ੍ਰਾਪਤ ਹੀ ਕਰਨੀ ਜਾਂ ਫਿਰ ਸੰਸਾਰ ਦੇ ਅੰਦਰ ਵਡਿਆਈ ਪ੍ਰਾਪਤ ਹੋਣੀ ਹੈ। ਕੋਈ ਜ਼ਿਆਦਾ ਬਹੁਤੀ ਵਿਸ਼ੇਸ਼ਤਾਈ ਵਾਲੀ ਵਾਰਤਾ ਨਹੀਂ ਹੈ। ਤਿਨਹੁ ਪ੍ਰਾਤਨ ਬੰਦ ਕਰ ਗੁਰ ਸੰਗ ਬਖਾਨਾ। ਉਹ ਸਮੇਂ ਗੁਲਾਬ ਰਾਏ ਹੈ, ਮਾਰੀ ਚੰਦ ਹੈ, ਤਿੰਨੇ ਭਰਾਵਾਂ ਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਆਪਣੇ ਵੱਲੋਂ ਬੇਨਤੀ ਕੀਤੀ ਹੈ, ਦੋਵੇਂ ਹੱਥ ਜੋੜ ਕਰ ਕੇ। ਸੁਆਮੀ ਤੁਮ ਦਵੈ ਲੋਕ ਕੀ ਬਖਸ਼ੋ ਸੁਖ ਨਾਨਾ। ਇਹ ਗਰੀਬਨ ਵਾ ਸੱਚੇ ਪਾਤਸ਼ਾਹ ਆਪ ਤਾਂ ਖੁਦ ਹੀ ਦੋਵੇਂ ਲੋਕਾਂ ਦੇ ਮਾਲਕ ਹੋ। ਦੁਰਲਭ ਬਰਾਬਰ ਕੀ ਖੁਸ਼ੀ ਪ੍ਰਾਪਤ ਵੱਡ ਭਾਗੀ। ਪਰ ਆਪ ਦੀ ਜਿਹੜੀ ਖੁਸ਼ੀ ਇਹ ਸਾਰਿਆਂ ਨਾਲੋਂ ਬਹੁਤ ਵੱਡੀ ਦੁਰਲਭ ਵਸਤੂ ਹੈ। ਇਸ ਪਰ ਸੰਤਾਂ ਨੂੰ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਕਦੇ ਰਾਜ ਭਾਗ ਦੇ ਬਦਲੇ ਪ੍ਰਾਪਤ ਨਹੀਂ ਕਰ ਸਕਦੇ ਹਨ। ਪਰ ਇਹੋ ਜਿਹੀਆਂ ਗੁਰੂ ਪੀਰਾਂ ਦੀਆਂ ਜਿਹੜੀਆਂ ਖੁਸ਼ੀਆਂ ਸਮਾਜ ਦੇ ਅੰਦਰ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਇਆ ਕਰਦੀਆਂ ਹਨ। ਜਿਨ੍ਹਾਂ 'ਤੇ ਖੁਸ਼ੀ ਹੋ ਗਈ ਫਿਰ ਉਹ ਆਪਣੇ ਲੋਕ ਔਰ ਪਰਲੋਕ ਨੂੰ ਹੀ ਸਵਾਰ ਲੈਂਦੇ ਹਨ। ਜਗ ਕੇ ਹਤੋ ਕੋ ਬੰਧਨਾ ਤੁਮ ਪਗ ਅਨੁਰਾਗੀ। ਮਹਾਰਾਜ ਜਿਨ੍ਹਾਂ ਦੇ ਮਨ ਦੇ ਅੰਦਰ ਆਪਦੇ ਚਰਨਾਂ ਦਾ ਕਿਤੇ ਪ੍ਰੇਮ ਪੈਦਾ ਹੋ ਗਿਆ, ਉਹ ਤਾਂ ਫਿਰ ਆ ਜਿਹੜੇ ਨੇ ਦੁਨੀਆ ਦੇ ਜਨਮ ਮਰਨ ਦੇ ਵੱਡੇ ਵੱਡੇ ਖੋਟੇ ਬੰਧਨਾਂ ਨੂੰ ਵੀ ਸੁਤੇ ਸਿੱਧੀ ਕੱਟ ਲੈਂਦੇ ਹਨ। ਕਹੋ ਆਪਸੋ ਸ਼੍ਰਿਯ ਹੈ ਸਭ ਜੀਵਨ ਕੇਰੀ। ਸੱਚੇ ਪਾਤਸ਼ਾਹ ਆਪ ਤਾਂ ਦੁਨੀਆ ਦੇ ਭਲੇ ਦੇ ਲਈ ਆ ਮਾਤਲੋ ਦੀ ਧਰਤੀ ਦੇ ਉੱਪਰ ਪ੍ਰਗਟ ਹੋਏ ਹੋ। ਰਨ ਮਹਿ ਮਰਬੋ ਮਾਰਿਬੋ ਬੀਰਨ ਗਤ ਹੇਰੀ। ਇਹ ਰਣ ਖੇਤਰ ਦੇ ਵਿੱਚ ਤਾਂ ਫਿਰ ਮਾਰਨਾ ਜਾਂ ਫਿਰ ਮਰਨਾ ਯੋਧਾ ਸੂਰਮਿਆਂ ਦੀ ਇਹੋ ਹੀ ਇੱਕ ਸਾਰਿਆਂ ਨਾਲੋਂ ਵੱਡੀ ਕਾਰ ਹੋਇਆ ਕਰਦੀ ਹੈ। ਇਸੇ ਕਰਕੇ ਹੀ ਉਹ ਫਿਰ ਵੱਡੀਆਂ ਵੱਡੀਆਂ ਸ਼ਹਾਦਤਾਂ ਪ੍ਰਾਪਤ ਕਰਿਆ ਕਰਦੇ ਹਨ। ਹਮਰੀ ਸ਼ੋਕ ਨਾ ਹੋਤ ਹੈ ਆਏ ਤੁਮ ਕਾਜੀ। ਤਿੰਨੇ ਭਰਾਵਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਮਨ ਦੇ ਵਿੱਚ ਕੋਈ ਇਹੋ ਜਿਹਾ ਸ਼ੌਕ, ਕੋਈ ਵੀ ਇਹੋ ਜਿਹੀ ਜਿਹੜੀ ਚਿੰਤਾ ਆਪਣੇ ਭਰਾਵਾਂ ਦੀ ਨਹੀਂ ਪੈਦਾ ਹੋਈ ਹੈ। ਦੀਨ ਦੁਨੀ ਪਤਸ਼ਾਹ ਹੋ ਨਿਜ ਦਾਸ ਨਿਵਾਜੀ। ਆਪ ਦੇਨ ਦੁਨੀਆ ਦੇ ਪਾਤਸ਼ਾਹ ਤੇ ਸਾਡੇ ਵਰਗੇ ਜਿਹੜੇ ਸੇਵਕ ਦਾਸ ਉਹਨਾਂ ਨੂੰ ਆਪ ਸਦਾ ਦੇ ਲਈ ਨਵਾਜ਼ਦੇ ਆਏ ਹੋ। ਸੁਨ ਪ੍ਰਸੰਨ ਸਤਿਗੁਰ ਭਈ ਬਹੁ ਬਖਸ਼ਿਸ਼ ਦੀਨੀ। ਸੁਣ ਕਰਕੇ ਗੋਬਿੰਦ ਰਾਏ ਜੀ ਇਹਨਾਂ ਤਿੰਨਾਂ ਭਰਾਵਾਂ ਦੇ ਉੱਪਰ ਬਹੁਤ ਜ਼ਿਆਦਾ ਖੁਸ਼ ਹੋ ਗਏ ਸੀ। ਜੀਵਰ ਜਰੇ ਜਵਾਹਰਨ ਜਿਨ ਕੀ ਦੁੱਤ ਪੀਨੀ। ਜਿਨ੍ਹਾਂ ਸੋਨੇ ਦੇ ਗਹਿਣਿਆਂ 'ਚ ਕੜਿਆਂ 'ਚ ਹੀਰਾ ਜਵਾਹਰਾਤ ਬੜੇ ਬੇਕੀਮਤੀ ਜੜੇ ਹੋਏ ਸਨ। ਸਿਰੇ ਪਾਓ ਵੱਡ ਮੋਲ ਕੀ ਵੱਡ ਦੁਲਭ ਦੁਸ਼ਾਲੀ। ਇਸੇ ਤਰ੍ਹਾਂ ਹਜ਼ਾਰਾਂ ਰੁਪਈਆਂ ਦੇ ਮਹਿੰਗੇ ਮਹਿੰਗੇ ਦਸ਼ਾਲੇ ਔਰ ਸੋਨੇ ਚਾਂਦੀ ਦੇ ਬਹੁਤ ਸਾਰੇ ਇਹੋ ਜਿਹੇ ਜੋ ਵੀ ਗਹਿਣੇ ਕੜੇ ਹੱਥਾਂ ਦੇ ਵਿੱਚ ਪਾਉਣ ਵਾਲੇ ਮਹਾਰਾਜ ਨੇ ਇਹਨਾਂ ਨੂੰ ਵੀ ਬਖਸ਼ ਦਿੱਤੇ ਹਨ। ਕਹਾਂ ਕਹੋ ਧਨ ਦੀਨ ਗਾਨਾ ਲੈ ਹਰਖ ਵਿਸਾਲੀ। ਕਵੀ ਜੀ ਕਹਿੰਦੇ ਨੇ ਵੀ ਜਿਹੜੀ ਮਾਇਆ ਜਿਹੜਾ ਤਨ ਸਤਿਗੁਰੂ ਜੀ ਨੇ ਯੋਧਾ ਸੂਰਮਿਆਂ ਨੂੰ ਵਰਤਾਇਆ ਉਹਦੇ ਬਾਰੇ ਕਿੱਥੋਂ ਤੱਕ ਕੋਈ ਗਿਣਤੀ ਕੀਤੀ ਜਾ ਸਕਦੀ ਹੈ। ਆਪਰ ਸਰਬ ਜੀ ਸੂਰਮਾ ਰਨ ਲੜੇ ਵਿਸਾਲਾ। ਹੋਰ ਵੀ ਜਿਹੜੇ ਜਿਹੜੇ ਗੁਰ ਸਿੱਖ ਜਿਹੜੇ ਜਿਹੜੇ ਪ੍ਰੇਮੀ ਇਸ ਮੈਦਾਨੇ ਜੰਗ ਦੇ ਵਿੱਚ ਸਾਰਿਆਂ ਤੋਂ ਅੱਗੇ ਹੋ ਕਰਕੇ ਲੜੇ ਸੀ, ਜਿਨ੍ਹਾਂ ਜਿਨ੍ਹਾਂ ਨੇ ਵੀ ਉਦਮ ਪ੍ਰਚਾਰਤ ਕੀਤਾ, ਸਤਿਗੁਰੂ ਜੀ ਨੇ ਕਿਸੇ ਵੀ ਬਹਾਦਰ ਯੋਧੇ ਨੂੰ ਆਪਣੇ ਵੱਲੋਂ ਮਾਇਆ ਦੀ
ਕਮੀ ਨਹੀਂ ਰਹਿਣ ਦਿੱਤੀ ਹੈ। ਬਖਸ਼ਿਸ਼ ਦੀਨੀ ਸਭਨ ਕੋ ਕਰ ਦਏ ਨਿਹਾਲਾ। ਇਹੋ ਜਿਹੀਆਂ ਬਖਸ਼ਿਸ਼ਾਂ ਕਰਕੇ ਜੋਧੇ ਸੂਰਮੇ ਮਹਾਰਾਜ ਨੇ ਤਾਂ ਸਦਾ ਦੇ ਲਈ ਨਿਹਾਲ ਕਰ ਦਿੱਤੇ ਹਨ। ਮਾਨ ਆਦ ਦੀ ਦਾਨ ਬਹੁ ਹਰ ਖਾਏ ਸੋ ਬੀਰੰ। ਜਿੱਥੇ ਗੋਬਿੰਦ ਰਾਏ ਜੀ ਨੇ ਉਹਨਾਂ ਦਾ ਮਾਨ ਸਤਿਕਾਰ ਤੇ ਉੱਥੇ ਬੜੀ ਮਾਇਆ ਵੀ ਉਹਨਾਂ ਦੇ ਪੱਲੇ ਦੇ ਵਿੱਚ ਪਾ ਦਿੱਤੀ ਹੈ। ਪ੍ਰਥਮ ਲੜਾਈ ਵਿਜੈ ਕਰ ਆਨੰਦ ਗਹੀਰੰ। ਪਹਿਲਾਂ ਤਾਂ ਇਹਨਾਂ ਨੇ ਰਣ ਖੇਤਰ ਦੇ ਵਿੱਚ ਯੁੱਧ ਕਰਦਿਆਂ ਜਦੋਂ ਫਤਿਹ ਪ੍ਰਾਪਤ ਕੀਤੀ ਸੀ, ਹੋਤੇ ਜੋ ਕਾਤੁਰ ਲਰਨ ਤੀ ਸੇ ਬਹੁਤ ਤਿਕਾਰੀ। ਔਰ ਉਹਨਾਂ ਨੂੰ ਤਾਂ ਸਤਿਗੁਰੂ ਜੀ ਦੇ ਪਾਸੋਂ ਬੜਾ ਮਾਨ ਸਤਿਕਾਰ ਪ੍ਰਾਪਤ ਹੋਣਾ ਹੀ ਸੀ। ਪਰ ਜਿਨ੍ਹਾਂ ਨੇ ਮੈਦਾਨੇ ਜੰਗ ਦੇ ਵਿੱਚ ਕੋਈ ਆਪਣੇ ਵੱਲੋਂ ਕਾਇਰਪਣਾ ਜਾਂ ਫਿਰ ਡਰਪੋਕਪਣਾ ਸਾਰਿਆਂ ਦੇ ਸਾਹਮਣੇ ਹੀ ਦਿਖਾ ਦਿੱਤਾ ਸੀ, ਡਰਦਿਆਂ ਮਾਰਿਆਂ ਕਦੇ ਉੱਧਰ ਕਦੇ ਉੱਧਰ ਹੋ ਕਰਕੇ ਆਪਣੇ ਪ੍ਰਾਣ ਬਚਾ ਲਏ ਸਨ। ਖੁਸ਼ੀ ਨਾ ਗੁਰ ਕੀ ਤਿਨੋ ਪਰ ਦਲ ਬਹਿਰ ਨਿਕਾਰੀ। ਜਿਹੜਾ ਸੀ ਡਰਪੋਕ ਬੋਝ ਦਿਲ, ਉਹਨਾਂ ਦੇ ਉੱਪਰ ਮਹਾਰਾਜ ਦੀ ਨਾ ਤਾਂ ਕੋਈ ਖੁਸ਼ੀ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਫਿਰ ਫੌਜ ਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ ਵੀ ਤੁਹਾਡਾ ਕੋਈ ਪਤਾ ਨਹੀਂ, ਐਨ ਟਾਈਮ ਤੇ ਆ ਕਰਕੇ ਦਗਾ ਵੀ ਕਰ ਸਕਦੇ ਹੋ। ਵਿਜੈ ਗੁਰੂ ਕੀ ਦੇਸ਼ ਮਹਿ ਪਸਰੀ ਤਿਸ ਕਾਲਾ। ਉਸ ਵਕਤ ਸਾਰੇ ਦੇਸ਼ ਦੇ ਵਿੱਚ ਆ ਸਤਿਗੁਰੂ ਜੀ ਦੀ ਫਤਿਹ ਦੀਆਂ ਚਾਰੇ ਪਾਸੇ ਬਣੀਆਂ ਧੁੰਮਾਂ ਪੈ ਗਈਆਂ ਸਨ। ਹਾਤੇ ਪਹਾੜੀ ਭਾਜ ਗੀ ਕਰ ਤਰਾਸ ਬਿਸਾਲਾ। ਹੁਣ ਜਿਹੜੇ ਪਹਾੜੀ ਜਵਾਨ ਸਿਪਾਹੀ ਵੱਡੇ ਵੱਡੇ ਰਾਜੇ ਉਹ ਤਾਂ ਡਰਦਿਆਂ ਮਾਰਿਆਂ ਹੀ ਆਪੋ ਆਪਣੀਆਂ ਰਿਆਸਤਾਂ ਦੇ ਵੱਲ ਦੌੜ ਗਏ ਸੀ। ਜਹ ਕਹਤੀ ਸੁਨ ਸੋ ਜਸ ਕੋ ਜਾਚਕ ਚੱਲ ਆਈ। ਹੁਣ ਜਦੋਂ ਸਤਿਗੁਰੂ ਜੀ ਦਾ ਜਸ ਮਹਾਰਾਜ ਦੀ ਵਡਿਆਈ ਦੂਰ ਦੂਰ ਤੱਕ ਫੈਲੀ, ਸੁਣ ਕਰਕੇ ਬੜੇ ਮੰਗਲ ਵਾਲੇ ਲੋਕ ਉਹ ਵੀ ਪਾਉਂਟਾ ਸਾਹਿਬ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਡੋਮ ਭਾਟ ਤੇ ਆਦ ਗਾਨਾ ਗੁਰ ਕੇ ਗੁਣ ਗਾਈ। ਇਸੇ ਤਰ੍ਹਾਂ ਡੋਮ ਨੇ ਭੱਟ ਨੇ ਇਹ ਸਾਰੇ ਹੀ ਗੋਬਿੰਦ ਰਾਏ ਜੀ ਦੀ ਬੜੀ ਜਿਹੜੀ ਤਾਰੀਫ ਹੈ ਸੋਭਾ ਉਚਾਰਨ ਕਰਨ ਲੱਗ ਪਏ ਹਨ। ਕਿਤਕ ਕਵੀਸ਼ਰ ਆਈਗੀ ਰਚ ਰੁਚਰ ਕਵਿਤੰ। ਕਈ ਜਿਹੜੇ ਕਵੀਸ਼ਰਾਂ ਨੇ ਆ ਕਰਕੇ ਇਹੋ ਜਿਹੇ ਸੋਹਣੇ ਸੋਹਣੇ ਛੰਦ ਸਤਿਗੁਰੂ ਜੀ ਦੀ ਵਡਿਆਈ ਸੋਭਾ ਦੇ ਬਣਾ ਕੇ ਸੰਗਤਾਂ ਦੇ ਵਿੱਚ ਸਾਹਮਣੇ ਸੁਣਾਉਣ ਲੱਗ ਪਏ ਸੀ। ਬਖਸ਼ਹਿ ਦਿਨ ਪ੍ਰਤ ਸਤਿਗੁਰੂ ਮਨ ਭਾਵਤ ਬਿਤੰ। ਮਹਾਰਾਜ ਹੁਣ ਰੋਜ਼ਾਨਾ ਹੀ ਔਰ ਡੋਂਬਾਂ ਨੂੰ ਵੀ ਕਵੀਸ਼ਰਾਂ ਨੂੰ ਵੀ ਭੱਟਾਂ ਨੂੰ ਵੀ ਰੋਜ਼ ਦੀ ਰੋਜ਼ ਬੜੀ ਜਿਹੜੀ ਖੁੱਲੀ ਮਾਇਆ ਵੰਡਣ ਲੱਗ ਪਏ ਹਨ। ਭੂਖਨ ਪਾਏ ਸਵਰਨ ਕੀ ਹੈ ਅਦਕ ਸਜਾਵੇ। ਕਈ ਤਾਂ ਮਹਾਰਾਜ ਦੇ ਪਾਸੋਂ ਸੋਨੇ ਚਾਂਦੀ ਦੇ ਗਹਿਣੇ ਆਪਣੇ ਘੋੜਿਆਂ ਨੂੰ ਸਜਾ ਕਰਕੇ ਫਿਰ ਘਰਾਂ ਨੂੰ ਵਾਪਸ ਮੁੜਿਆ ਕਰਦੇ ਸੀ। ਜਿਸ ਪਰ ਹੋਏ ਪ੍ਰਸੰਨ ਗੁਰ ਤਤਕਾਲ ਦਿਵਾਵੇ। ਜਿਨ੍ਹਾਂ ਦੇ ਉੱਪਰ ਗੋਬਿੰਦ ਰਾਏ ਜੀ ਦੀ ਹੋ ਗਈ ਖੁਸ਼ੀ ਪ੍ਰਸੰਨਤਾ, ਉਹਨਾਂ ਨੂੰ ਤਾਂ ਫਿਰ ਇਹੋ ਜਿਹੀਆਂ ਦੁਰਲੱਭ ਵਸਤੂਆਂ ਮਹਾਰਾਜ ਦੇ ਪਾਸੋਂ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ। ਕਰਹਿ ਚੋਜ ਬਹੁ ਮੌਜ ਕੀ ਸਭ ਰੋਜ ਗੁਸਾਈ। ਸਤਿਗੁਰੂ ਜੀ ਰੋਜ਼ਾਨਾ ਆਪਣੀ ਮੌਤ ਦੇ ਵਿੱਚ ਆ ਕਰਕੇ ਬੜੇ ਹੋ ਜੇ ਉਹ ਚਰਜ ਕੌਤਕ ਵਰਤਾਉਣ ਲੱਗ ਪਏ ਹਨ। ਚਲੀ ਦਾਨ ਧਾਰਾ ਮਹਾ ਕੋ ਸਕਹਿ ਗਿਨਾਈ। ਪਾਉਂਟਾ ਸਾਹਿਬ ਦੇ ਵਿੱਚ ਇਹੋ ਜੀ ਮਹਾਰਾਜ ਨੇ ਇੱਕ ਜਿਹੜੀ ਦਾਨ ਦੀ ਧਾਰਾ ਉਹ ਵੀ ਤੌਰ ਦਿੱਤੀ ਹੈ। ਕੋਈ ਵੀ ਇਸ ਮਾਇਆ ਦੀ ਇਸ ਤਨ ਦੀ ਗਿਣਤੀ ਨਹੀਂ ਕਰ ਸਕਦਾ ਵੀ ਕਿਤਨੀ ਕੁ ਸਤਿਗੁਰੂ ਜੀ ਰੋਜ਼ਾਨਾ ਮਹਾਰਾਸੀਆਂ ਨੂੰ ਭੱਟਾਂ ਨੂੰ ਕਵੀਸ਼ਰਾਂ ਨੂੰ ਵਰਤਾਈ ਜਾਂਦੇ ਹਨ। ਦੇਸ਼ ਦੇਸ਼ ਤੇ ਸੰਗਤਾਂ ਆਵਹਿ ਗਨ ਰਾਗੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ ਸੰਗਤਾਂ ਉੱਥੇ ਸਿਆਣੇ ਸਿਆਣੇ ਜਿਹੜੇ ਰਾਗੀ ਮਹਾਰਾਜ ਦੀ ਵਡਿਆਈ ਸੁਣ ਕੇ ਪਾਉਂਟਾ ਸਾਹਿਬ ਦੇ ਵਿੱਚ ਹੀ
ਆਉਣ ਲੱਗ ਪਏ ਹਨ। ਸ਼ਾਸਤਰ ਤੁਰੰਗਮ ਅਰਪਤੀ ਦਰਸਤ ਵੱਡ ਭਾਗੀ। ਜਿਹੜੇ ਨੇ ਅਮੀਰ ਤਨਾੜ ਪ੍ਰੇਮੀ, ਉਹ ਆਪਣੇ ਵੱਲੋਂ ਕੋਈ ਫੌਲਾਦੀ ਲੋਹੇ ਦੇ ਸ਼ਾਸਤਰ ਤੇ ਕਈ ਮਹਿੰਗੇ ਮਹਿੰਗੇ ਘੋੜੇ ਖਰੀਦ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਕਰਦੇ ਹਨ। ਔਰ ਬਹਿ ਮਨ ਕੀ ਕਾਮਨਾ ਜਸ ਗਾਵਤ ਜਾਤੀ। ਸਤਿਗੁਰੂ ਜੀ ਵੀ ਆਪਣੇ ਗੁਰ ਸਿੱਖਾਂ, ਆਪਣੇ ਸੇਵਕਾਂ ਦਾਸਾਂ ਦੀਆਂ ਸਾਰੀਆਂ ਹੀ ਕਾਮਨਾ ਪੂਰੀਆਂ ਕਰ ਦਿੰਦੇ ਹਨ। ਅਦਕ ਵਧਿਓ ਪ੍ਰਤਾਪ ਤਬ ਸਿੱਖ ਜਨ ਸੁਖ ਰਾਤੀ। ਚਾਰੇ ਪਾਸੇ ਗੋਬਿੰਦ ਰਾਏ ਜੀ ਦਾ ਬੜਾ ਤੇਜ ਪ੍ਰਤਾਪ ਵੱਧ ਗਿਆ ਹੈ ਤੇ ਉੱਥੇ ਨੇ ਜਿਹੜੇ ਸ਼ਰਧਾ ਭਾਵਨਾ ਵਾਲੇ ਗੁਰਮੁਖ, ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ, ਉਹਨਾਂ ਨੂੰ ਮਹਾਰਾਜ ਦੇ ਚਰਨਾਂ 'ਚੋਂ ਬੜੇ ਸੁੱਖ, ਬੜੀਆਂ ਦਾਤਾਂ ਵੀ ਪ੍ਰਾਪਤ ਹੁੰਦੀਆਂ ਹਨ। ਗਾਵਹਿ ਢਾਡੀ ਵਾਰ ਕਉ ਜਸ ਕਹਿ ਬਨਾਈ। ਇਸੇ ਤਰ੍ਹਾਂ ਜਿਹੜੇ ਨੇ ਢਾਡੀ ਲੋਕ, ਉਹਨਾਂ ਨੇ 12 ਦੇ ਵਿੱਚ ਪਾ ਕਰਕੇ ਸਤਿਗੁਰੂ ਜੀ ਦਾ ਜਸ ਉਚਾਰਨਾ ਸ਼ੁਰੂ ਕਰ ਦਿੱਤਾ ਸੀ। ਸੁਣਤ ਹੋਤ ਉਤਸ਼ਾਹ ਔਰ ਭਟ ਬੈਠਹਿ ਆਈ। ਇਹੋ ਜਿਹੀਆਂ ਵੀਰ ਰਸ ਵਾਲੀਆਂ 12 ਸੁਣ ਕਰਕੇ ਜਿਹੜੇ 14 ਸੂਰਮੇ ਬਹਾਦਰ, ਉਹਨਾਂ ਦੇ ਮਨ ਦੇ ਅੰਦਰ ਬੜਾ ਹੀ ਵੀਰ ਰਸ ਪੈਦਾ ਹੋਣ ਲੱਗ ਜਾਂਦਾ ਸੀ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਦੇ ਚਰਨਾਂ 'ਚ ਹੋਰ ਵੀ ਬੜੇ ਪ੍ਰੇਮੀਆਂ ਨੇ ਆ ਕਰਕੇ ਦਾਤਾਂ ਪ੍ਰਾਪਤ ਕਰਨੀਆਂ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗਿਆ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਗਾਵਹਿ ਢਾਡੀ ਬਾਰ ਕਉ ਜਸ ਕਹਿ ਬਨਾਈ। ਸੁਨਤ ਹੋਤ ਉਤਸ਼ਾਹ ਔਰ ਭਟ ਬੈਠਹਿ ਆਈ। ਗਾਵਹਿ ਢਾਡੀ ਵਾਰ ਕਉ ਜਸ ਕਹਿ ਬਨਾਈ। ਸੁਨਤ ਹੋਤ ਉਤਸ਼ਾਹ ਔਰ ਭਟ ਬੈਠਹਿ ਆਈ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ। ਅਗਨਾਸ।